ਹਰ ਮਾਂ ਦੀ ਤਰ੍ਹਾਂ ਸਾਡੀ ਮਾਂ ਨੂੰ ਵੀ ਸਾਡਾ ਵਿਆਹ ਕਰਨ ਦੀ ਬਹੁਤ ਕਾਹਲੀ ਸੀ। ਇਸ ਲਈ ਸਾਡੇ ਪੈਦਾ ਹੋਣ ਤੋਂ ਬਾਅਦ ਹੀ ਸਾਡੀ ਮਾਂ ਨੇ ਹੌਲੀ-ਹੌਲੀ ਕਰਕੇ ਸਾਡਾ ਦਹੇਜ ਜੋੜਨਾ ਸ਼ੁਰੂ ਕਰ ਦਿੱਤਾ। ਪਰ ਇਹ ਸਭ ਤਾਂ ਨਸੀਬ ਦੀਆਂ ਗੱਲਾਂ ਹੁੰਦੀਆਂ ਹਨ। ਕਦੋਂ ਕਿਸੇ ਦਾ ਵਿਆਹ ਜਲਦੀ ਹੋਣਾ ਹੈ, ਕਦੋਂ ਲੇਟ ਹੋਣਾ ਹੈ। ਮੰਮੀ ਹਮੇਸ਼ਾ ਕਹਿੰਦੀ ਕਿ ਆਪਣੀ ਚੰਗੀ ਕਿਸਮਤ ਲਈ ਹਮੇਸ਼ਾ ਰੱਬ ਨੂੰ ਅਰਦਾਸ ਕਰਿਆ ਕਰੋ। ਮੇਰਾ ਨਾਂ ਪ੍ਰਿਆ ਹੈ। ਅਸੀਂ ਦੋ ਭੈਣਾਂ ਹਾਂ। ਮੈਂ ਆਪਣੀ ਦੀਦੀ ਤੋਂ 2 ਸਾਲ ਛੋਟੀ ਹਾਂ, ਪਰ ਸਾਡਾ ਦੋਹਾਂ ਦਾ ਵਿਆਹ ਇਕੱਠਾ ਹੀ ਹੋਇਆ। ਮੇਰੇ ਲਈ ਇੱਕ ਚੰਗਾ ਰਿਸ਼ਤਾ ਆਇਆ ਤਾਂ ਮੰਮੀ ਪਾਪਾ ਨੇ ਹਾਂ ਕਰ ਦਿੱਤੀ ਅਤੇ ਕਿਹਾ ਕਿ ਸਾਡਾ ਦੋਵੇਂ ਭੈਣਾਂ ਦਾ ਵਿਆਹ ਇਕੱਠਾ ਹੀ ਕਰਨਗੇ ਤਾਂ ਜੋ ਡਬਲ ਖਰਚੇ ਤੋਂ ਬਚਿਆ ਜਾ ਸਕੇ, ਕਿਉਂਕਿ ਅਸੀਂ ਇੰਨੇ ਅਮੀਰ ਨਹੀਂ ਸੀ। ਫਿਰ ਰੱਬ ਨੇ ਸਾਡੀਆਂ ਦੁਆਵਾਂ ਸੁਣ ਲਈਆਂ ਅਤੇ ਮੇਰੀ ਦੀਦੀ ਲਈ ਵੀ ਇੱਕ ਚੰਗੇ ਘਰ ਦਾ ਰਿਸ਼ਤਾ ਆ ਗਿਆ। ਇਸ ਰਿਸ਼ਤੇ ਨੂੰ ਦੇਖ ਕੇ ਤਾਂ ਅਸੀਂ ਸਭ ਹੈਰਾਨ ਹੀ ਰਹਿ ਗਏ, ਕਿਉਂਕਿ ਮੇਰੇ ਸਹੁਰੇ ਵਾਲੇ ਇੰਨੇ ਅਮੀਰ ਨਹੀਂ ਸਨ। ਮੇਰਾ ਹੋਣ ਵਾਲਾ ਪਤੀ ਇੱਕ ਆਫਿਸ ਵਿੱਚ ਛੋਟੀ ਜਿਹੀ ਨੌਕਰੀ ਕਰਦਾ ਸੀ। ਉਸ ਦੀ ਤਨਖਾਹ ਇੰਨੀ ਜ਼ਿਆਦਾ ਨਹੀਂ ਸੀ, ਪਰ ਦੀਦੀ ਦੇ ਸਹੁਰੇ ਘਰ ਵਾਲੇ ਬਹੁਤ ਅਮੀਰ ਸਨ। ਉਸ ਦੇ ਹੋਣ ਵਾਲੇ ਪਤੀ ਦਾ ਚੰਗਾ ਬਿਜ਼ਨਸ ਸੀ। ਉਸ ਕੋਲ ਆਪਣੀ ਗੱਡੀ ਅਤੇ ਬਹੁਤ ਵਧੀਆ ਘਰ ਸੀ। ਸਾਰਿਆਂ ਨੇ ਕਿਹਾ ਕਿ ਦੀਦੀ ਨੂੰ ਉਸਦੇ ਸਬਰ ਦਾ ਫਲ ਮਿਲਿਆ ਹੈ, ਕਿਉਂਕਿ ਜਦੋਂ ਦੀਦੀ ਲਈ ਰਿਸ਼ਤੇ ਨਹੀਂ ਆ ਰਹੇ ਸਨ ਤਾਂ ਉਹਨਾਂ ਨੇ ਮੰਮੀ ਪਾਪਾ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਪ੍ਰਿਆ ਦਾ ਵਿਆਹ ਕਰ ਦਿਓ, ਮੇਰੇ ਕਰਕੇ ਉਸਦਾ ਵਿਆਹ ਨਾ ਰੋਕੋ। ਖੈਰ, ਇਹ ਉਸਦਾ ਨਸੀਬ ਸੀ ਕਿ ਉਸਨੂੰ ਚੰਗਾ ਘਰ-ਬਾਰ ਮਿਲਿਆ ਸੀ। ਇਸ ਤਰ੍ਹਾਂ 2 ਮਹੀਨੇ ਬਾਅਦ ਹੀ ਸਾਡੇ ਦੋਵੇਂ ਭੈਣਾਂ ਦਾ ਵਿਆਹ ਹੋ ਗਿਆ। ਮੈਂ ਆਪਣੇ ਸਹੁਰੇ ਘਰ ਆ ਗਈ ਅਤੇ ਇਸ ਤਰ੍ਹਾਂ ਅਸੀਂ ਦੋਵੇਂ ਭੈਣਾਂ ਇੱਕ ਦੂਜੇ ਤੋਂ ਦੂਰ ਹੋ ਗਈਆਂ। ਪਰ ਇੱਕ ਹਫ਼ਤੇ ਬਾਅਦ ਜਦੋਂ ਮੈਂ ਆਪਣੇ ਪੇਕੇ ਗਈ ਤਾਂ ਦੀਦੀ ਵੀ ਆਪਣੀ ਵੱਡੀ ਸਾਰੀ ਗੱਡੀ ਵਿੱਚ ਬੈਠ ਕੇ ਪੇਕੇ ਆ ਗਈ। ਮੈਂ ਦੇਖਿਆ ਕਿ ਉਹ ਬਹੁਤ ਖੁਸ਼ ਸੀ। ਖੁਸ਼ ਤਾਂ ਮੈਂ ਵੀ ਬਹੁਤ ਸੀ, ਕਿਉਂਕਿ ਮੇਰਾ ਪਤੀ ਬਹੁਤ ਚੰਗਾ ਸੀ ਅਤੇ ਬਾਕੀ ਸਹੁਰੇ ਘਰ ਵਾਲੇ ਵੀ ਬਹੁਤ ਚੰਗੇ ਸਨ। ਹਾਲੇ ਤੱਕ ਤਾਂ ਸਾਰੇ ਮੇਰੇ ਨਾਲ ਬਹੁਤ ਪਿਆਰ ਨਾਲ ਪੇਸ਼ ਆ ਰਹੇ ਸਨ। ਇਸ ਤਰ੍ਹਾਂ ਅਸੀਂ ਆਪਣੇ ਮਾਂ-ਬਾਪ ਨੂੰ ਵੀ ਖੁਸ਼ ਦੇਖ ਕੇ ਬਹੁਤ ਖੁਸ਼ ਹੋਈਆਂ, ਕਿਉਂਕਿ ਮਾਂ-ਬਾਪ ਲਈ ਇਸ ਤੋਂ ਵੱਧ ਕੇ ਹੋਰ ਕੋਈ ਖੁਸ਼ੀ ਦੀ ਗੱਲ ਨਹੀਂ ਹੁੰਦੀ ਕਿ ਉਹਨਾਂ ਦੀ ਧੀ ਆਪਣੇ ਸਹੁਰੇ ਘਰ ਵਿੱਚ ਖੁਸ਼ੀ ਨਾਲ ਰਹਿ ਰਹੀ ਹੈ। ਅਸੀਂ ਦੋਵੇਂ ਭੈਣਾਂ ਉੱਥੇ ਇੱਕ ਪੂਰਾ ਹਫ਼ਤਾ ਰਹੀਆਂ। ਜਿਸ ਦਿਨ ਅਸੀਂ ਦੋਵਾਂ ਨੇ ਆਪਣੇ-ਆਪਣੇ ਸਹੁਰੇ ਘਰ ਜਾਣਾ ਸੀ ਤਾਂ ਉਸ ਦਿਨ ਮੀਂਹ ਪੈਣ ਲੱਗ ਪਿਆ। ਦੀਦੀ ਦਾ ਪਤੀ ਤਾਂ ਉਸ ਨੂੰ ਗੱਡੀ ਵਿੱਚ ਆ ਕੇ ਲੈ ਗਿਆ, ਪਰ ਮੇਰੇ ਪਤੀ ਨੇ ਫ਼ੋਨ ਕੀਤਾ ਕਿ ਉਹ ਮੈਨੂੰ ਲੈਣ ਲਈ ਅੱਜ ਨਹੀਂ ਆ ਸਕਦਾ, ਕਿਉਂਕਿ ਬਾਹਰ ਬਹੁਤ ਮੀਂਹ ਪੈ ਰਿਹਾ ਸੀ ਅਤੇ ਉਸਦੇ ਕੋਲ ਬਾਈਕ ਸੀ। ਉਹ ਨਹੀਂ ਚਾਹੁੰਦਾ ਸੀ ਕਿ ਮੈਂ ਭਿੱਜ ਕੇ ਜਾਵਾਂ, ਇਸ ਲਈ ਉਹ ਮੈਨੂੰ ਲੈਣ ਲਈ ਅਗਲੇ ਦਿਨ ਆਇਆ। ਮੈਂ ਸੋਚਿਆ ਕਿ ਕਾਸ਼ ਮੇਰੇ ਪਤੀ ਕੋਲ ਵੀ ਕਾਰ ਹੁੰਦੀ, ਪਰ ਮੈਂ ਰੱਬ ਦਾ ਧੰਨਵਾਦ ਕੀਤਾ, ਕਿਉਂਕਿ ਉਸਨੇ ਮੈਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਸਨ। ਇਸ ਤਰ੍ਹਾਂ ਮੈਂ ਵੀ ਆਪਣੇ ਸਹੁਰੇ ਘਰ ਆ ਗਈ ਅਤੇ ਵਿਆਹ ਦੇ ਉਹ ਸੁਨਹਿਰੇ ਦਿਨ ਹੌਲੀ-ਹੌਲੀ ਖੰਭ ਲਾ ਕੇ ਉੱਡ ਗਏ ਅਤੇ ਹੁਣ ਜ਼ਿੰਮੇਵਾਰੀ ਵਾਲੇ ਦਿਨ ਆ ਗਏ ਸੀ। ਹੁਣ ਅਸੀਂ ਦੋਵੇਂ ਭੈਣਾਂ ਕਦੇ ਵੀ ਪੇਕੇ ਘਰ ਇਕੱਠੀਆਂ ਨਹੀਂ ਜਾ ਸਕੀਆਂ, ਕਿਉਂਕਿ ਕਦੇ ਉਹ ਬਿਜ਼ੀ ਹੁੰਦੀ ਅਤੇ ਕਦੇ ਮੈਨੂੰ ਮੇਰੇ ਸਹੁਰਿਆਂ ਵੱਲੋਂ ਪੇਕੇ ਜਾਣ ਦੀ ਇਜਾਜ਼ਤ ਨਹੀਂ ਮਿਲਦੀ ਸੀ। ਹੁਣ ਅਸੀਂ ਦੋਵੇਂ ਫ਼ੋਨ 'ਤੇ ਹੀ ਇੱਕ ਦੂਜੇ ਦਾ ਹਾਲ-ਚਾਲ ਪੁੱਛਦੀਆਂ ਰਹਿੰਦੀਆਂ ਸੀ। ਸਾਡੇ ਵਿਆਹ ਨੂੰ 1 ਮਹੀਨਾ ਹੋਇਆ ਤਾਂ ਮੈਂ ਸਭ ਨੂੰ ਖੁਸ਼ਖਬਰੀ ਸੁਣਾ ਦਿੱਤੀ, ਪਰ ਦੀਦੀ ਪਿੱਛੇ ਰਹਿ ਗਈ। 1 ਹਫ਼ਤੇ ਬਾਅਦ ਫਿਰ ਉਹ ਵੀ ਪ੍ਰੈਗਨੈਂਟ ਹੋ ਗਈ। ਹੁਣ ਅਸੀਂ ਸਭ ਨੇ ਰੱਬ ਦਾ ਧੰਨਵਾਦ ਕੀਤਾ। ਇਸ ਦੌਰਾਨ ਅਸੀਂ ਦੋਵੇਂ ਇੱਕ ਦੂਜੇ ਨੂੰ ਆਪਣੀ ਤਬੀਅਤ ਬਾਰੇ ਦੱਸਦੀਆਂ ਰਹਿੰਦੀਆਂ ਸੀ। ਸਾਡੀ ਦੋਵਾਂ ਦੀ ਤਬੀਅਤ ਅਕਸਰ ਖਰਾਬ ਹੀ ਰਹਿੰਦੀ ਸੀ, ਪਰ ਉਸਦਾ ਪਤੀ ਪੈਸੇ ਵਾਲਾ ਸੀ, ਇਸ ਲਈ ਉਸਦੇ ਲਈ ਇਹ ਸਮਾਂ ਜ਼ਿਆਦਾ ਮੁਸ਼ਕਿਲ ਨਹੀਂ ਰਿਹਾ, ਕਿਉਂਕਿ ਉਹ ਆਪਣਾ ਰੈਗੂਲਰ ਚੈੱਕਅਪ ਕਰਵਾਉਂਦੀ ਰਹਿੰਦੀ ਸੀ। ਪਰ ਮੈਂ ਪੈਸਿਆਂ ਦੀ ਤੰਗੀ ਕਰਕੇ ਡਾਕਟਰ ਕੋਲ ਨਹੀਂ ਜਾ ਸਕੀ। ਪਰ ਇਸ ਸਭ ਦੇ ਬਾਵਜੂਦ ਵੀ ਰੱਬ ਨੇ ਮੇਰੇ 'ਤੇ ਬਹੁਤ ਰਹਿਮ ਕੀਤਾ ਅਤੇ ਫਿਰ 9 ਮਹੀਨੇ ਬਾਅਦ ਮੈਂ ਇੱਕ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ ਅਤੇ ਮੈਂ ਆਪਣੇ ਬੇਟੇ ਨੂੰ ਆਪਣੀ ਗੋਦ ਵਿੱਚ ਲੈਂਦੇ ਹੀ ਆਪਣੇ ਸਾਰੇ ਦਰਦ ਭੁੱਲ ਗਈ ਅਤੇ ਫਿਰ ਅਸੀਂ ਸਭ ਇੰਤਜ਼ਾਰ ਕਰਨ ਲੱਗੇ ਕਿ ਕਦੋਂ ਦੀਦੀ ਦੀ ਡਿਲੀਵਰੀ ਹੋਵੇਗੀ, ਕਿਉਂਕਿ ਉਹਨਾਂ ਦਿਨਾਂ ਵਿੱਚ ਉਹ ਵੀ ਹਸਪਤਾਲ ਵਿੱਚ ਸੀ। 1 ਹਫ਼ਤੇ ਬਾਅਦ ਦੀਦੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਅਤੇ ਅਸੀਂ ਸਭ ਬਹੁਤ ਖੁਸ਼ ਹੋਏ, ਕਿਉਂਕਿ ਉਸਦੇ ਘਰ ਵਿੱਚ ਪੈਸਿਆਂ ਦੀ ਕਮੀ ਨਹੀਂ ਸੀ। ਉਹ ਬੇਟੀ ਦੀ ਪਰਵਰਿਸ਼ ਚੰਗੇ ਤਰੀਕੇ ਨਾਲ ਕਰ ਸਕਦੀ ਸੀ। ਗਰੀਬਾਂ ਦੇ ਘਰ ਜੇਕਰ ਧੀ ਪੈਦਾ ਹੋ ਜਾਵੇ ਤਾਂ ਉਹਨਾਂ ਨੂੰ ਦਹੇਜ ਦੀ ਫਿਕਰ ਹੋ ਜਾਂਦੀ ਹੈ। ਜਦੋਂ ਮੇਰਾ ਬੇਟਾ 1 ਮਹੀਨੇ ਦਾ ਹੋਇਆ ਤਾਂ ਮੈਂ ਉਸਦੇ ਘਰ ਉਸਦੀ ਬੇਟੀ ਨੂੰ ਦੇਖਣ ਚਲੀ ਗਈ। ਮੈਂ ਦੇਖਿਆ ਕਿ ਉਸਦੇ ਸਹੁਰੇ ਘਰ ਵਾਲੇ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਫਿਰ 2 ਮਹੀਨਿਆਂ ਬਾਅਦ ਮੈਂ ਪੇਕੇ ਗਈ ਤਾਂ ਦੀਦੀ ਵੀ ਉੱਥੇ ਆ ਗਈ
ਅਤੇ ਅਸੀਂ ਉੱਥੇ ਬਹੁਤ ਇੰਜੋਏ ਕੀਤਾ। ਫਿਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ। 2 ਸਾਲ ਬਾਅਦ ਮੈਂ ਫਿਰ ਪ੍ਰੈਗਨੈਂਟ ਹੋ ਗਈ ਅਤੇ ਮੈਂ ਫਿਰ ਇੱਕ ਬੇਟੇ ਨੂੰ ਜਨਮ ਦਿੱਤਾ। ਮੇਰੇ ਸਹੁਰੇ ਘਰ ਵਾਲੇ ਤਾਂ ਬਹੁਤ ਖੁਸ਼ ਸਨ। ਉਹਨਾਂ ਦਿਨਾਂ ਵਿੱਚ ਹੀ ਮੈਨੂੰ ਪਤਾ ਚੱਲਿਆ ਕਿ ਦੀਦੀ ਵੀ ਪ੍ਰੈਗਨੈਂਟ ਹੈ। 3 ਸਾਲ ਕਦੋਂ ਲੰਘ ਗਏ ਪਤਾ ਹੀ ਨਹੀਂ ਚੱਲਿਆ। ਮੈਂ ਪਰਮਾਤਮਾ ਨੂੰ ਅਰਦਾਸ ਕੀਤੀ ਕਿ ਇਸ ਵਾਰ ਦੀਦੀ ਵੀ ਇੱਕ ਬੇਟੇ ਦੀ ਮਾਂ ਬਣ ਜਾਵੇ, ਕਿਉਂਕਿ ਇਹ ਖੁਸ਼ੀ ਅਲੱਗ ਹੀ ਹੁੰਦੀ ਹੈ। ਪਰ ਇਸ ਵਾਰ ਵੀ ਦੀਦੀ ਨੇ ਇੱਕ ਬੇਟੀ ਨੂੰ ਹੀ ਜਨਮ ਦਿੱਤਾ। ਖੈਰ, ਉਸਦੀ ਕਿਸਮਤ ਵਿੱਚ ਇਹੀ ਲਿਖਿਆ ਸੀ। ਮੈਂ ਉਸਨੂੰ ਮਿਲਣ ਗਈ ਤਾਂ ਉਹ ਕੁਝ ਉਦਾਸ ਜਿਹੀ ਸੀ। ਮੈਂ ਉਸਨੂੰ ਪੁੱਛਿਆ ਕਿ ਕੀ ਤੇਰੇ ਸਹੁਰੇ ਵਾਲਿਆਂ ਨੇ ਤੈਨੂੰ ਕੁਝ ਕਿਹਾ ਹੈ? ਤਾਂ ਉਹ ਕਹਿਣ ਲੱਗੀ, ਨਹੀਂ, ਉਹਨਾਂ ਨੇ ਤਾਂ ਅਜਿਹਾ ਕੁਝ ਨਹੀਂ ਕਿਹਾ। ਮੈਂ ਤਾਂ ਆਪ ਹੀ ਇਹ ਸੋਚ ਕੇ ਉਦਾਸ ਹੋ ਰਹੀ ਹਾਂ ਕਿ ਕਿਤੇ ਉਹ ਕੁਝ ਕਹਿ ਨਾ ਦੇਣ, ਪਰ ਉਹਨਾਂ ਨੇ ਹਲੇ ਤੱਕ ਕੁਝ ਨਹੀਂ ਕਿਹਾ। ਇਹ ਸੁਣ ਕੇ ਮੈਂ ਉਸਨੂੰ ਕਹਿਣ ਲੱਗੀ, ਜਦੋਂ ਤੇਰੇ ਸਹੁਰੇ ਵਾਲਿਆਂ ਨੇ ਕੁਝ ਨਹੀਂ ਕਿਹਾ ਤਾਂ ਤੂੰ ਕਿਉਂ ਫਿਕਰ ਕਰ ਰਹੀ ਹੈ? ਦੇਖੀਂ, ਜਲਦੀ ਹੀ ਤੂੰ ਵੀ ਇੱਕ ਬੇਟੇ ਦੀ ਮਾਂ ਬਣੇਗੀ। ਇਹ ਸੁਣ ਕੇ ਉਹ ਮੁਸਕਰਾਉਣ ਲੱਗੀ। ਫਿਰ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਅਤੇ ਸਾਡੇ ਵਿਆਹ ਨੂੰ 5 ਸਾਲ ਹੋ ਗਏ। ਉਹਨਾਂ 5 ਸਾਲਾਂ ਵਿੱਚ ਮੈਂ 2 ਬੇਟਿਆਂ ਨੂੰ ਜਨਮ ਦਿੱਤਾ, ਜਦੋਂ ਕਿ ਮੇਰੀ ਭੈਣ ਨੇ 2 ਬੇਟੀਆਂ ਨੂੰ। ਅਤੇ ਦੂਜੀ ਬੇਟੀ ਤੋਂ ਬਾਅਦ ਉਹ ਬਿਲਕੁਲ ਹੀ ਮਾਯੂਸ ਜਿਹੀ ਹੋ ਗਈ ਸੀ। ਦੀਦੀ ਦੀ ਦੂਜੀ ਬੇਟੀ 2 ਸਾਲ ਦੀ ਹੋ ਚੁੱਕੀ ਸੀ, ਜਦੋਂ ਕਿ ਮੇਰਾ ਬੇਟਾ 2 ਸਾਲ ਤੋਂ ਉੱਪਰ ਹੋ ਗਿਆ ਸੀ। ਇੱਕ ਦਿਨ ਮੈਂ ਮੰਮੀ ਦੇ ਘਰ ਗਈ ਤਾਂ ਦੀਦੀ ਵੀ ਉੱਥੇ ਆ ਗਈ। ਇੰਝ ਹੀ ਗੱਲਾਂ-ਗੱਲਾਂ ਵਿੱਚ ਉਸਨੇ ਮੈਨੂੰ ਦੱਸਿਆ ਕਿ ਦੂਜੀ ਬੇਟੀ ਦੇ ਪੈਦਾ ਹੋਣ ਤੋਂ ਬਾਅਦ ਉਸਦੇ ਪਤੀ ਅਤੇ ਸਹੁਰੇ ਘਰ ਵਾਲਿਆਂ ਦਾ ਰਵੱਈਆ ਉਸਦੇ ਪ੍ਰਤੀ ਕੁਝ ਬਦਲ ਗਿਆ ਹੈ। ਮੈਂ ਦੇਖਿਆ ਕਿ ਦੀਦੀ ਵੀ ਕੁਝ ਉਦਾਸ ਸੀ। ਮੈਂ ਉਸਦੀ ਹਾਲਤ ਸਮਝ ਸਕਦੀ ਸੀ, ਕਿਉਂਕਿ ਸਹੁਰੇ ਘਰ ਵਾਲੇ ਕਿੰਨੇ ਹੀ ਅਮੀਰ ਤੇ ਪੜ੍ਹੇ ਲਿਖੇ ਕਿਉਂ ਨਾ ਹੋਣ, ਮੁੰਡਿਆਂ ਦੀ ਚਾਹ ਜ਼ਰੂਰ ਰੱਖਦੇ ਹਨ। ਇਸ ਲਈ ਮੈਂ ਉਸਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਮੈਨੂੰ ਕਹਿਣ ਲੱਗੀ, ਮੈਂ ਕਦੋਂ ਤੋਂ ਤੈਨੂੰ ਇੱਕ ਗੱਲ ਕਹਿਣਾ ਚਾਹ ਰਹੀ ਸੀ। ਤੂੰ ਮੇਰੀ ਭੈਣ ਹੈ, ਇਸ ਲਈ ਮੇਰੇ ਦਰਦ ਨੂੰ ਸਮਝ ਸਕਦੀ ਹੈ। ਆਪਣੀ ਭੈਣ ਦੀ ਗੱਲ ਸੁਣ ਕੇ ਮੈਂ ਉਲਝਣ ਵਿੱਚ ਪੈ ਗਈ। ਮੈਂ ਉਸਨੂੰ ਕਿਹਾ ਕਿ ਤੇਰੀ ਖੁਸ਼ੀ ਲਈ ਤਾਂ ਮੈਂ ਕੁਝ ਵੀ ਕਰ ਸਕਦੀ ਹਾਂ। ਇਹ ਸੁਣ ਕੇ ਉਹ ਕਹਿਣ ਲੱਗੀ, ਦਰਅਸਲ ਮੈਂ ਤੇਰੇ ਤੋਂ ਕੁਝ ਮੰਗਣਾ ਚਾਹੁੰਦੀ ਹਾਂ, ਪਲੀਜ਼ ਮਨਾ ਨਾ ਕਰੀਂ। ਮੇਰੀ ਭੈਣ ਜ਼ਿੰਦਗੀ ਵਿੱਚ ਪਹਿਲੀ ਵਾਰ ਮੇਰੇ ਤੋਂ ਕੁਝ ਮੰਗ ਰਹੀ ਸੀ, ਇਸ ਲਈ ਮੈਂ ਮਨਾ ਨਾ ਕਰ ਸਕੀ ਅਤੇ ਝੱਟ ਕਹਿ ਦਿੱਤਾ, ਜੋ ਤੈਨੂੰ ਚਾਹੀਦਾ ਹੈ ਦੱਸ, ਮੈਂ ਤੇਰੇ ਲਈ ਸਭ ਕੁਝ ਕਰਨ ਨੂੰ ਤਿਆਰ ਹਾਂ। ਤਾਂ ਦੀਦੀ ਕਹਿਣ ਲੱਗੀ, ਜੇਕਰ ਇਸ ਵਾਰ ਅਸੀਂ ਦੋਵੇਂ ਫਿਰ ਪ੍ਰੈਗਨੈਂਟ ਹੋ ਜਾਈਏ ਅਤੇ ਜੇਕਰ ਤੇਰੇ ਕੋਲ ਬੇਟਾ ਪੈਦਾ ਹੋਵੇ ਤਾਂ ਤੂੰ ਉਹ ਮੈਨੂੰ ਦੇ ਦੇਈਂ, ਅਤੇ ਜੇਕਰ ਮੇਰੇ ਕੋਲ ਤੀਜੀ ਬੇਟੀ ਹੋਈ ਤਾਂ ਉਹ ਤੂੰ ਲੈ ਲਈਂ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਇਹ ਇੰਨਾ ਆਸਾਨ ਕੰਮ ਨਹੀਂ ਸੀ। ਬੇਟੀ ਹੋਵੇ ਜਾਂ ਬੇਟਾ, ਉਸ ਨੂੰ ਕਿਸੇ ਦੂਜੇ ਦੇ ਹਵਾਲੇ ਕਰਨਾ ਆਸਾਨ ਨਹੀਂ ਹੁੰਦਾ। ਪਰ ਮੈਨੂੰ ਪਤਾ ਸੀ ਕਿ ਮੇਰੀ ਭੈਣ ਬਹੁਤ ਉਦਾਸ ਹੋ ਚੁੱਕੀ ਸੀ ਅਤੇ ਇਹ ਸਭ ਕੁਝ ਉਹ ਜਜ਼ਬਾਤ ਵਿੱਚ ਆ ਕੇ ਕਹਿ ਰਹੀ ਸੀ। ਇਸ ਲਈ ਮੈਂ ਉਸ ਨਾਲ ਵਾਅਦਾ ਕਰ ਲਿਆ, ਪਰ ਮੈਨੂੰ ਪਤਾ ਸੀ ਕਿ ਇਹ ਇੰਨਾ ਆਸਾਨ ਕੰਮ ਨਹੀਂ ਹੈ। ਜੇਕਰ ਅਸੀਂ ਦੋਵੇਂ ਇਕੱਠੀਆਂ ਪ੍ਰੈਗਨੈਂਟ ਨਾ ਹੋਈਆਂ ਤਾਂ ਜਾਂ ਫਿਰ ਹੋ ਸਕਦਾ ਸੀ ਕਿ ਇਸ ਵਾਰ ਸਾਡੇ ਦੋਵਾਂ ਦੀ ਡਿਲੀਵਰੀ ਵਿੱਚ 1-2 ਮਹੀਨੇ ਦਾ ਫਰਕ ਹੋਇਆ ਤਾਂ, ਪਰ ਫਿਰ ਮੈਂ ਸੋਚਿਆ ਕਿ ਹੋ ਸਕਦਾ ਹੈ ਸ਼ਾਇਦ ਇਹਨਾਂ ਗੱਲਾਂ ਦੀ ਨੌਬਤ ਹੀ ਨਾ ਆਵੇ। ਇਸ ਲਈ ਮੈਂ ਆਪਣੀ ਭੈਣ ਦੀ ਖੁਸ਼ੀ ਲਈ ਹਾਂ ਕਰ ਦਿੱਤੀ। ਇਹ ਸੁਣ ਕੇ ਮੇਰੀ ਭੈਣ ਨੇ ਕਿਹਾ ਕਿ ਇਹ ਗੱਲ ਤੂੰ ਆਪਣੇ ਤੱਕ ਹੀ ਰੱਖੀਂ, ਇਸ ਦੇ ਬਦਲੇ ਹਰ ਮਹੀਨੇ ਮੈਂ ਤੈਨੂੰ ਪੈਸੇ ਭੇਜ ਦਿਆ ਕਰਾਂਗੀ। ਪੈਸਿਆਂ ਦਾ ਨਾਂ ਸੁਣ ਕੇ ਮੇਰੇ ਮਨ ਵਿੱਚ ਵੀ ਕੁਝ ਲਾਲਚ ਆ ਗਿਆ, ਕਿਉਂਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਸੀ। ਉਂਝ ਵੀ ਮੇਰਾ ਹੋਣ ਵਾਲਾ ਬੱਚਾ ਵਧੀਆ ਘਰ ਵਿੱਚ ਜਾ ਰਿਹਾ ਸੀ ਅਤੇ ਇਹ ਗੱਲ ਮੇਰੇ ਲਈ ਬਹੁਤ ਖੁਸ਼ੀ ਵਾਲੀ ਸੀ। ਪਰ ਮੈਂ ਕਿਹਾ ਕਿ ਜੇਕਰ ਅਸੀਂ ਦੋਵੇਂ ਆਪਣੇ ਸਹੁਰਿਆਂ ਵਿੱਚ ਹੀ ਰਹੀਆਂ ਤਾਂ ਇਹ ਬਹੁਤ ਮੁਸ਼ਕਿਲ ਹੋ ਸਕਦਾ ਹੈ। ਤਾਂ ਦੀਦੀ ਨੇ ਮੈਨੂੰ ਕਿਹਾ ਕਿ ਆਪਾਂ ਦੋਵੇਂ 9 ਮਹੀਨਿਆਂ ਲਈ ਬਾਹਰ ਘੁੰਮਣ ਚਲੇ ਜਾਵਾਂਗੇ। ਤੇਰਾ ਅਤੇ ਤੇਰੀ ਫੈਮਿਲੀ ਦਾ ਸਾਰਾ ਖਰਚਾ ਮੈਂ ਆਪ ਕਰਾਂਗੀ। ਮੈਂ ਦੀਦੀ ਨੂੰ ਕਿਹਾ ਕਿ ਠੀਕ ਹੈ, ਮੈਂ ਆਕਾਸ਼ ਨਾਲ ਗੱਲ ਕਰਾਂਗੀ ਅਤੇ ਫਿਰ ਤੈਨੂੰ ਫ਼ੋਨ ਕਰਕੇ ਦੱਸ ਦੇਵਾਂਗੀ। ਜਦੋਂ ਮੈਂ ਆਪਣੇ ਸਹੁਰੇ ਘਰ ਵਾਪਸ ਆ ਗਈ ਤਾਂ ਮੈਂ ਰਾਤ ਨੂੰ ਆਪਣੇ ਪਤੀ ਨੂੰ ਕਿਹਾ ਕਿ ਸਾਡੇ ਵਿਆਹ ਨੂੰ 5 ਸਾਲ ਹੋ ਗਏ ਹਨ, ਅਸੀਂ ਅੱਜ ਤੱਕ ਕਿਤੇ ਵੀ ਘੁੰਮਣ ਨਹੀਂ ਗਏ। ਦੀਦੀ ਵੀ ਆਪਣੀ ਫੈਮਿਲੀ ਨਾਲ ਘੁੰਮਣ ਜਾ ਰਹੀ ਹੈ, ਪਲੀਜ਼ ਤੁਸੀਂ ਮਨਾ ਨਾ ਕਰਿਓ, ਅਸੀਂ ਵੀ ਉਹਨਾਂ ਨਾਲ ਹੀ ਜਾਵਾਂਗੇ। ਆਕਾਸ਼ ਨੇ ਥੋੜ੍ਹੀ ਦੇਰ ਕੁਝ ਸੋਚਣ ਤੋਂ ਬਾਅਦ ਕਿਹਾ, ਮੇਰੇ ਕੋਲ ਇੰਨੇ ਪੈਸੇ ਨਹੀਂ ਹਨ,
ਕਿ ਮੈਂ ਤੁਹਾਨੂੰ ਕਿਤੇ ਬਾਹਰ ਘੁਮਾਉਣ ਲਈ ਲਿਜਾ ਸਕਾਂ। ਫਿਰ ਮੈਂ ਆਕਾਸ਼ ਨੂੰ ਕਿਹਾ ਕਿ ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲਓ, ਮੈਂ ਤੁਹਾਨੂੰ ਪੈਸੇ ਦੇ ਦੇਵਾਂਗੀ। ਮੇਰੇ ਪਤੀ ਨੇ ਹੈਰਾਨੀ ਨਾਲ ਮੇਰੇ ਵੱਲ ਵੇਖਦੇ ਹੋਏ ਪੁੱਛਿਆ ਕਿ ਤੇਰੇ ਕੋਲ ਪੈਸੇ ਕਿੱਥੋਂ ਆਏ? ਤਾਂ ਮੈਂ ਕਿਹਾ ਮੇਰੇ ਕੋਲ ਕੁਝ ਪੈਸੇ ਜਮ੍ਹਾਂ ਹਨ, ਉਹ ਮੈਂ ਤੁਹਾਡੇ ਤੋਂ ਲੁਕੋ ਕੇ ਰੱਖੇ ਸਨ। ਫਿਰ ਮੇਰੇ ਪਤੀ ਨੇ ਕਿਹਾ ਕਿ ਠੀਕ ਹੈ, ਜਦੋਂ ਤੂੰ ਇੰਨੀ ਜਿੱਦ ਕਰ ਹੀ ਰਹੀ ਹੈ ਤਾਂ ਆਪਾਂ ਜ਼ਰੂਰ ਚੱਲਾਂਗੇ। ਉਂਝ ਕਦੋਂ ਜਾਣ ਦਾ ਪਲਾਨ ਹੈ? ਮੈਂ ਕਿਹਾ ਜਦੋਂ ਦੀਦੀ ਜਾਵੇਗੀ ਤਾਂ ਮੈਂ ਤੁਹਾਨੂੰ ਦੱਸ ਦੇਵਾਂਗੀ। ਅਗਲੇ ਦਿਨ ਮੈਂ ਦੀਦੀ ਨੂੰ ਦੱਸ ਦਿੱਤਾ ਕਿ ਆਕਾਸ਼ ਜਾਣ ਲਈ ਮੰਨ ਗਿਆ ਹੈ। ਦੀਦੀ ਇਹ ਸੁਣ ਕੇ ਬਹੁਤ ਖੁਸ਼ ਹੋਈ। ਸਮਾਂ ਲੰਘਦਾ ਗਿਆ ਅਤੇ ਅਸੀਂ ਆਪਣੇ ਪਲਾਨ 'ਤੇ ਕੰਮ ਕਰਨ ਲੱਗੀਆਂ। ਮੈਨੂੰ ਲੱਗਿਆ ਸੀ ਕਿ ਇਹ ਮੁਮਕਿਨ ਨਹੀਂ ਹੋਵੇਗਾ, ਪਰ ਮੈਂ ਉਸ ਵੇਲੇ ਹੈਰਾਨ ਰਹਿ ਗਈ ਜਦੋਂ ਅਸੀਂ ਦੋਵੇਂ ਭੈਣਾਂ ਇਕੱਠੀਆਂ ਪ੍ਰੈਗਨੈਂਟ ਹੋ ਗਈਆਂ। ਤਾਂ ਦੀਦੀ ਨੇ ਕਿਹਾ ਤੂੰ ਆਪਣਾ ਵਾਅਦਾ ਯਾਦ ਰੱਖੀਂ। ਮੈਂ ਵੀ ਤੁਰੰਤ ਹਾਂ ਕਰ ਦਿੱਤੀ ਅਤੇ ਰੱਬ ਨੂੰ ਅਰਦਾਸ ਕਰਨ ਲੱਗੀ ਕਿ ਸਭ ਕੁਝ ਠੀਕ ਹੋ ਜਾਵੇ। ਅਤੇ ਦੀਦੀ ਨੇ ਮੈਨੂੰ ਕਿਹਾ ਕਿ ਆਪਣੇ ਇਸ ਪਲਾਨ ਦੇ ਬਾਰੇ ਵਿੱਚ ਕਿਸੇ ਨੂੰ ਪਤਾ ਨਹੀਂ ਚੱਲਣਾ ਚਾਹੀਦਾ। ਦੀਦੀ ਨੇ ਮੈਨੂੰ ਕੁਝ ਪੈਸੇ ਦਿੱਤੇ ਅਤੇ ਮੈਂ ਉਹ ਪੈਸੇ ਆਪਣੇ ਪਤੀ ਨੂੰ ਦੇ ਦਿੱਤੇ ਅਤੇ ਕਿਹਾ ਕਿ ਸਾਡੀਆਂ ਟਿਕਟਾਂ ਕੱਲ੍ਹ ਦੀਆਂ ਹੋ ਗਈਆਂ ਹਨ, ਅਸੀਂ ਕੱਲ੍ਹ ਨੂੰ ਜਾਵਾਂਗੇ, ਤਿਆਰੀ ਸ਼ੁਰੂ ਕਰ ਦਿਓ। ਇਸ ਤਰ੍ਹਾਂ ਅਸੀਂ ਦੋਵੇਂ ਭੈਣਾਂ ਆਪਣੇ ਸਹੁਰੇ ਘਰ ਵਿੱਚੋਂ ਨਿਕਲ ਕੇ ਘੁੰਮਣ ਆ ਗਈਆਂ। ਮੈਂ ਤਾਂ ਆਪਣੇ ਸਹੁਰਿਆਂ ਵੱਲੋਂ ਬੇਫਿਕਰ ਸੀ, ਕਿਉਂਕਿ 2 ਬੇਟਿਆਂ ਦੇ ਬਾਅਦ ਜੇਕਰ ਬੇਟੀ ਹੋਈ ਤਾਂ ਕੋਈ ਫਰਕ ਨਹੀਂ ਪਵੇਗਾ, ਪਰ ਮੈਨੂੰ ਡਰ ਸੀ ਕਿ ਕਿਤੇ ਇਹ ਗੱਲ ਮੇਰੇ ਪਤੀ ਨੂੰ ਨਾ ਪਤਾ ਲੱਗ ਜਾਵੇ, ਕਿਉਂਕਿ ਜੇਕਰ ਉਸਨੇ ਪਤਾ ਚੱਲਿਆ ਕਿ ਮੈਂ ਇਸ ਦੇ ਬਦਲੇ ਵਿੱਚ ਆਪਣੀ ਭੈਣ ਤੋਂ ਪੈਸੇ ਲੈਣ ਵਾਲੀ ਹਾਂ ਤਾਂ ਉਹ ਬਹੁਤ ਗੁੱਸਾ ਕਰੇਗਾ। ਇਸ ਵਾਰ ਮੇਰੀ ਭੈਣ ਇਸ ਬੱਚੇ ਦਾ ਸਾਰਾ ਖਰਚਾ ਚੁੱਕ ਰਹੀ ਸੀ, ਇਸ ਲਈ ਉਸਦੀ ਅਤੇ ਮੇਰੀ ਇੱਕ ਹੀ ਡਾਕਟਰ ਸੀ ਅਤੇ ਉਸਨੇ ਸਾਨੂੰ ਖੁਸ਼ਖਬਰੀ ਸੁਣਾ ਦਿੱਤੀ ਸੀ ਕਿ ਸਾਡੀ ਡਿਲੀਵਰੀ ਦਾ ਦਿਨ ਵੀ ਇੱਕ ਹੀ ਸੀ। ਅਸੀਂ ਦੋਵੇਂ ਬਹੁਤ ਖੁਸ਼ ਸੀ, ਕਿਉਂਕਿ ਸਭ ਕੁਝ ਸਾਡੇ ਹਿਸਾਬ ਨਾਲ ਹੋ ਰਿਹਾ ਸੀ। ਫਿਰ ਸਮਾਂ ਤੇਜ਼ੀ ਨਾਲ ਲੰਘਦਾ ਗਿਆ ਅਤੇ ਇਹ 9 ਮਹੀਨੇ ਫਟਾਫਟ ਲੰਘ ਗਏ। ਇਸ ਵਾਰ ਮੇਰੀ ਖੁਰਾਕ ਚੰਗੀ ਸੀ, ਇਸ ਲਈ ਮੇਰੀ ਸਿਹਤ ਵੀ ਠੀਕ ਰਹੀ ਅਤੇ ਇਹ ਸਭ ਕੁਝ ਮੇਰੀ ਭੈਣ ਦੀ ਬਦੌਲਤ ਹੋ ਰਿਹਾ ਸੀ। ਸਾਡੀ ਡਿਲੀਵਰੀ ਦਾ ਸਮਾਂ ਆਇਆ ਤਾਂ ਅਸੀਂ ਦੋਵੇਂ ਇੱਕ ਹੀ ਕਲੀਨਿਕ ਵਿੱਚ ਪਹੁੰਚ ਗਈਆਂ। ਦਰਅਸਲ ਇਹ ਕਲੀਨਿਕ ਮੇਰੀ ਭੈਣ ਦੀ ਸਹੇਲੀ ਦਾ ਸੀ ਅਤੇ ਉਸ ਨੂੰ ਅਸੀਂ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਸੀ। ਉਹ ਵੀ ਸਾਡੇ ਇਸ ਪਲਾਨ ਵਿੱਚ ਸ਼ਾਮਲ ਸੀ, ਇਸ ਲਈ ਅਸੀਂ ਬੇਫਿਕਰੀ ਨਾਲ ਇੱਕੋ ਦਿਨ ਦੋਵੇਂ ਬੱਚਿਆਂ ਨੂੰ ਜਨਮ ਦਿੱਤਾ। ਜਦੋਂ ਮੈਨੂੰ ਹੋਸ਼ ਆਇਆ ਤਾਂ ਨਰਸ ਨੇ ਮੈਨੂੰ ਬੱਚਾ ਫੜਾ ਦਿੱਤਾ ਅਤੇ ਮੈਂ ਜਿਵੇਂ ਹੀ ਬੱਚੇ ਦੇ ਸਰੀਰ ਤੋਂ ਕੱਪੜਾ ਹਟਾਇਆ ਤਾਂ ਮੇਰੀ ਰੂਹ ਕੰਬ ਗਈ, ਕਿਉਂਕਿ ਇਹ ਤਾਂ ਇੱਕ ਬੇਟੀ ਸੀ ਅਤੇ ਇਹ ਦੇਖ ਕੇ ਮੈਂ ਪਰੇਸ਼ਾਨ ਹੋ ਗਈ। ਮੈਂ ਨਰਸ ਨੂੰ ਪੁੱਛਿਆ ਮੇਰੀ ਭੈਣ ਕਿਵੇਂ ਹੈ? ਉਹ ਕਹਿਣ ਲੱਗੀ ਕਿ ਰੱਬ ਨੂੰ ਪ੍ਰਾਰਥਨਾ ਕਰੋ, ਉਹਨਾਂ ਦਾ ਕੇਸ ਹਲੇ ਚੱਲ ਰਿਹਾ ਹੈ। ਇਹ ਸੁਣ ਕੇ ਮੈਂ ਹੋਰ ਪਰੇਸ਼ਾਨ ਹੋ ਗਈ, ਕਿਉਂਕਿ ਸਾਡਾ ਸਾਰਾ ਪਲਾਨ ਖਰਾਬ ਹੋ ਗਿਆ ਸੀ। ਮੈਂ ਸੋਚ ਰਹੀ ਸੀ ਕਿ ਹੁਣ ਮੈਂ ਆਪਣੀ ਭੈਣ ਨੂੰ ਕੀ ਮੂੰਹ ਦਿਖਾਵਾਂਗੀ, ਕਿਉਂਕਿ ਉਸਨੇ ਇੰਨਾ ਖਰਚਾ ਕਰ ਦਿੱਤਾ ਅਤੇ ਮੈਂ ਵੀ ਇੱਕ ਬੇਟੀ ਨੂੰ ਜਨਮ ਦਿੱਤਾ। ਫਿਰ ਥੋੜ੍ਹੀ ਦੇਰ ਬਾਅਦ ਨਰਸ ਆਈ ਅਤੇ ਉਸਨੇ ਮੈਨੂੰ ਦੱਸਿਆ, ਵਧਾਈ ਹੋਵੇ, ਤੁਹਾਡੀ ਭੈਣ ਕੋਲ ਬੇਟਾ ਹੋਇਆ ਹੈ। ਇਹ ਸੁਣ ਕੇ ਮੇਰਾ ਦਿਲ ਕੀਤਾ ਕਿ ਮੈਂ ਖੁਸ਼ੀ ਨਾਲ ਨੱਚਣਾ ਸ਼ੁਰੂ ਕਰ ਦੇਵਾਂ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਰੱਬ ਨੇ ਸਾਡੀ ਅਰਦਾਸ ਸੁਣ ਲਈ ਅਤੇ ਦੀਦੀ ਕੋਲ ਵੀ ਬੇਟਾ ਹੋ ਗਿਆ। ਅਸੀਂ ਆਪਣੇ ਆਪਣੇ ਸਹੁਰੇ ਘਰ ਖਬਰ ਕਰ ਦਿੱਤੀ ਅਤੇ ਉਸੇ ਵੇਲੇ ਰੱਬ ਤੋਂ ਮਾਫ਼ੀ ਮੰਗੀ, ਕਿਉਂਕਿ ਅਸੀਂ ਦੋਵੇਂ ਭੈਣਾਂ ਇੱਕ ਦੂਜੀ ਦੇ ਪਿਆਰ ਵਿੱਚ ਬਹੁਤ ਗਲਤ ਕੰਮ ਕਰਨ ਜਾ ਰਹੀਆਂ ਸੀ। ਅਸੀਂ ਇਨਸਾਨ ਬਹੁਤ ਜਲਦਬਾਜ਼ੀ ਕਰਦੇ ਹਾਂ ਅਤੇ ਬਹੁਤ ਸਾਰੇ ਗਲਤ ਫੈਸਲੇ ਕਰ ਲੈਂਦੇ ਹਾਂ। ਇਨਸਾਨ ਬਹੁਤ ਜਲਦੀ ਬੇਸਬਰਾ ਹੋ ਜਾਂਦਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜੋ ਪਰਮਾਤਮਾ ਬੇਟੀ ਦੇ ਸਕਦਾ ਹੈ, ਉਹ ਬੇਟਾ ਵੀ ਦੇ ਸਕਦਾ ਹੈ। ਸ਼ਾਇਦ ਇਹ ਦਬਾਅ ਸਾਡੇ ਸਮਾਜ ਦਾ ਵੀ ਹੈ। ਪਤਾ ਚੱਲ ਜਾਵੇ ਕਿ ਔਰਤ ਪ੍ਰੈਗਨੈਂਟ ਹੈ ਤਾਂ ਬਸ ਮੁੰਡਾ ਹੋਣ ਦੀ ਰੱਟ ਲਗਾ ਦਿੰਦੇ ਹਨ। ਸ਼ਾਇਦ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਜਿਹੀਆਂ ਗੱਲਾਂ ਪਰਮਾਤਮਾ ਨੂੰ ਬਿਲਕੁਲ ਵੀ ਪਸੰਦ ਨਹੀਂ ਹਨ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਦਿਓ, ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਜਾਵੇ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਧੰਨਵਾਦ।